ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਓਨਟਾਰੀਓ ਦੇ ਵਿੱਚ 2 ਪੰਜਾਬੀ ਗ੍ਰਿਫਤਾਰ, ਨਸ਼ੇ ਦੇ ਮਾਮਲੇ ਦੇ ਵਿੱਚ ਹੋਈ ਗ੍ਰਿਫਤਾਰੀ। ਓਨਟਾਰੀਓ ਨੇ ਐਲਾਨਿਆ ਪੇਡ ਸਿਕ ਲੀਵ ਪ੍ਰੋਗਰਾਮ, ਜਾਣੋ ਕੌਣ ਹੋਣਗੇ ਇਸ ਪ੍ਰੋਗਰਾਮ ਦੇ ਯੋਗ। 50% ਘੱਟ ਹੋਇਆ ਘਰੇਲੂ ਟ੍ਰਾਂਸਮਿਸ਼ਨ ਦਾ ਖਤਰਾ, ਟੀਕੇ ਦੀ ਇੱਕ ਡੋਜ਼ ਦੇ ਨਾਲ ਘੱਟ ਹੋ ਰਿਹਾ ਖਤਰਾ। ਕੈਨੇਡਾ ਆਈ ਯਾਤਰੀ ਨਿਕਲੇ ਕੋਰੋਨਾ ਦੇ ਨਵੇਂ ਰੂਪ ਦੇ ਨਾਲ ਗ੍ਰਸਤ, ਸਿਹਤ ਏਜੰਸੀ ਨੇ ਸਾਂਝੇ ਕੀਤੇ ਇਸ ਬਾਰੇ ਅੰਕੜੇ। ਕੈਨੇਡਾ ਜਾਣ ਵਾਲਿਆਂ ਦੇ ਲਈ ਜਾਣਕਾਰੀ, ਵੈਕਸੀਨ ਬਾਅਦ ਵੀ ਕਰਨਾ ਪਵੇਗਾ ਕੁਆਰੰਟੀਨ। ਫਰਵਰੀ ਮਹੀਨੇ ਰੀਟੇਲ ਸੇਲ ਦੇ ਵਿੱਚ ਵਾਧਾ, 4.3% ਵਾਧਾ ਕੀਤਾ ਗਿਆ ਦਰਜ। ਓਨਟਾਰੀਓ ਤੋਂ ਖਬਰ ਸਾਹਮਣੇ ਆਈ ਹੈ, ਜਿੱਥੇ ਓਨਟਾਰੀਓ ਪੁਲਿਸ ਵੱਲੋਂ ਨਸ਼ੇ ਦੇ ਸਮੇਤ 2 ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਜਾਣਕਾਰੀ ਦਿੱਤੀ ਹੈ ਕਿ ਇਹਨਾਂ 2 ਪੰਜਾਬੀਆਂ ਦੇ ਕੋਲੋਂ ਨਸ਼ਾ ਅਤੇ ਹਥਿਆਰ ਬਰਾਮਦ ਹੋਏ ਹਨ। ਇਸ ਦੇ ਬਾਰੇ ਵਿੱਚ ਹੋਰ ਡਿਟੇਲਸ ਉਹਨਾਂ ਨੇ ਸਾਂਝੀਆਂ ਕੀਤੀਆਂ ਤੇ ਨਾਲ ਦੀ ਨਾਲ ਇਹਨਾਂ ਦੋਨਾਂ ਪੰਜਾਬੀਆਂ ਦੇ ਨਾਮ ਵੀ ਜਨਤਕ ਕਰ ਦਿੱਤੇ ਗਏ ਹਨ। ਖਬਰ ਓਨਟਾਰੀਓ ਤੋਂ ਸਾਹਮਣੇ ਆਈ ਹੈ, ਜਿੱਥੇ 2 ਪੰਜਾਬੀਆਂ ਨੂੰ ਨਸ਼ੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਜੀ ਹਾਂ, ਓਨਟਾਰੀਓ ਪ੍ਰੋਵਿੰਸ਼ਨਲ ਪੁਲਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਇੱਥੇ ਨਸ਼ੇ ਦੇ ਨਾਲ 2 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਕੈਨੇਡਾ ਦੇ ਪ੍ਰੋਵਿੰਸ ਓਨਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਬ੍ਰੈਂਪਟਨ ਅਤੇ ਵਾਟਰਲੂ ਦੇ ਨਾਲ ਸੰਬੰਧਿਤ 2 ਜਾਣਿਆਂ ਨੂੰ ਡਰਾਈਡਨ ਦੇ ਵਿੱਚ ਹੈਰੋਇਨ ਅਤੇ ਗੈਰ ਕਾਨੂੰਨੀ ਹਥਿਆਰਾਂ ਦੇ ਨਾਲ ਗ੍ਰਿਫਤਾਰ ਕੀਤਾ ਹੈ। ਦੱਸ ਦਈਏ ਕਿ ਕੈਨੇਡਾ ਤੋਂ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ, ਜਿੱਥੇ ਪੰਜਾਬੀਆਂ ਨੂੰ ਨਸ਼ੇ ਦੇ ਨਾਲ ਗ੍ਰਿਫਤਾਰ ਕੀਤਾ ਜਾ ਰਿਹਾ। ਕੁਝ ਦਿਨ ਪਹਿਲਾਂ ਕੈਨੇਡਾ ਦੇ ਵਿੱਚ ਇੱਕ ਅੰਤਰਰਾਸ਼ਟਰੀ ਗਿਰੋਹ ਦਾ ਵੀ ਪਰਦਾਫਾਸ਼ ਕੀਤਾ ਗਿਆ ਸੀ, ਜਿਸ ਦੇ ਵਿੱਚ ਵੱਡੀ ਗਿਣਤੀ ਪੰਜਾਬੀ ਸ਼ਾਮਿਲ ਪਾਏ ਗਏ ਸਨ। ਇਸ ਨਸ਼ੇ ਦੇ ਮਾਮਲੇ ਦੇ ਵਿੱਚ ਜਿਹੜੇ 2 ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਉਹਨਾਂ ਦੀ ਕੋਰਟ ਦੇ ਵਿੱਚ ਪੇਸ਼ੀ ਜੂਨ ਦੀ ਸ਼ੁਰੂਆਤ ਦੇ ਵਿੱਚ ਹੋਵੇਗੀ। ਜਿਨ੍ਹਾਂ ਨੂੰ ਇਸ ਮਾਮਲੇ ਦੇ ਵਿੱਚ ਚਾਰਜ ਕੀਤਾ ਗਿਆ ਹੈ, ਜਾਣੀ ਕਿ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ, ਉਹਨਾਂ ਦੀ ਪਹਿਚਾਣ ਵੀ ਜਨਤਕ ਕੀਤੀ ਗਈ ਹੈ। ਇਹਨਾਂ ਵਿੱਚੋਂ ਇੱਕ ਬ੍ਰੈਂਪਟਨ ਦਾ 26 ਸਾਲਾ ਸਰਬਜੀਤ ਸਿੰਘ ਅਤੇ ਦੂਸਰਾ ਵਾਟਰਲੂ ਦਾ 35 ਸਾਲਾ ਜਤਿੰਦਰ ਧਾਲੀਵਾਲ ਹੈ। ਦੱਸ ਦਈਏ ਕਿ ਇਹਨਾਂ ਦੋਨਾਂ ਜਾਣਿਆਂ ਨੂੰ ਐਤਵਾਰ ਵਾਲੇ ਦਿਨ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੋਨਾਂ ਦੀ ਗ੍ਰਿਫਤਾਰੀ ਡਰਾਈਡਨ ਦੇ ਇੱਕ ਟ੍ਰੈਫਿਕ ਸਟਾਪ ਤੇ ਕੀਤੀ ਗਈ ਹੈ। ਓਨਟਾਰੀਓ ਵੱਲੋਂ ਆਪਣੇ ਨਵੇਂ ਪੇਡ ਸਿਕ ਲੀਵ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ ਦੱਸਿਆ ਗਿਆ ਕਿ 3 ਦਿਨਾਂ ਦੀ ਪੇਡ ਸਿਕ ਲੀਵ ਦਿੱਤੀ ਜਾਵੇਗੀ, ਜਿਸ ਦੇ ਵਿੱਚ ਜਿਹੜੇ ਫੁੱਲ ਟਾਈਮ ਅਤੇ ਪਾਰਟ ਟਾਈਮ ਵਰਕਰ ਉਹਨਾਂ ਦੋਹਾਂ ਨੂੰ ਸ਼ਾਮਿਲ ਕੀਤਾ ਗਿਆ, ਜਾਣੀ ਕਿ ਉਹ ਇਸ ਬੈਨੀਫਿਟ ਦੇ ਲਈ ਐਲੀਜੀਬਲ ਹੋਣਗੇ। ਬਾਕੀ ਸਾਰੀ ਜਾਣਕਾਰੀ ਦੱਸਾਂਗੇ ਇਸ ਖਬਰ ਦੇ ਵਿੱਚ। ਜਿਵੇਂ ਹੀ ਓਨਟਾਰੀਓ ਦੇ ਪ੍ਰੀਮੀਅਰ ਡਗ ਫੂਡ ਵੱਲੋਂ ਕਿਹਾ ਗਿਆ ਸੀ ਕਿ ਜਲਦ ਹੀ ਪੇਡ ਸਿਕ ਡੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ, ਇਸੇ ਦੇ ਚੱਲਦਿਆਂ ਅੱਜ ਓਨਟਾਰੀਓ ਵੱਲੋਂ ਪੇਡ ਸਿਕ ਡੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ। ਓਨਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਜਿਹੜੇ ਫੁੱਲ ਟਾਈਮ ਅਤੇ ਪਾਰਟ ਟਾਈਮ ਵਰਕਰ ਹਨ, ਜੋ ਪ੍ਰੋਵਿੰਸ ਵੱਲੋਂ ਨਵਾਂ ਪ੍ਰੋਗਰਾਮ ਐਲਾਨ ਕੀਤਾ ਗਿਆ, ਉਸ ਦੇ ਵਾਸਤੇ ਯੋਗ ਹੋਣਗੇ। ਇਸ ਟੈਂਪਰੇਰੀ ਪ੍ਰੋਵਿੰਸ਼ੀਅਲ ਪੇਡ ਸਿਕ ਲੀਵ ਪ੍ਰੋਗਰਾਮ ਦੇ ਤਹਿਤ ਜਿਹੜੇ ਫੁੱਲ ਟਾਈਮ ਅਤੇ ਪਾਰਟ ਟਾਈਮ ਵਰਕਰ ਨੇ, ਉਹਨਾਂ ਨੂੰ 3 ਦਿਨਾਂ ਦੇ ਲਈ $200 ਪਰ ਡੇ ਪੇਡ ਸਿਕ ਲੀਵ ਦਿੱਤੀ ਜਾਵੇਗੀ। ਆਫੀਸ਼ੀਅਲਸ ਦੇ ਵੱਲੋਂ ਇਸ ਸੰਬੰਧੀ ਜੋ ਜਾਣਕਾਰੀ ਸਾਂਝੀ ਕੀਤੀ ਗਈ, ਉਸ ਦੇ ਵਿੱਚ ਉਹਨਾਂ ਦੱਸਿਆ ਕਿ ਇਨਕਮ ਪ੍ਰੋਟੈਕਸ਼ਨ ਪ੍ਰੋਗਰਾਮ ਦਾ ਪ੍ਰਬੰਧਨ WSIB ਵੱਲੋਂ ਕੀਤਾ ਜਾਵੇਗਾ। ਉਹਨਾਂ ਨਾਲ ਹੀ ਕਿਹਾ ਕਿ ਇਸ ਦੇ ਨਾਲ ਕੈਨੇਡਾ ਰਿਕਵਰੀ ਸਿਕਨੈਸ ਬੈਨੀਫਿਟ ਪ੍ਰੋਗਰਾਮ ਦੇ ਵਿੱਚ $500 ਦਾ ਟਾਪ ਅਪ ਹੋ ਸਕਦਾ ਹੈ, ਪਰ ਇਸ ਵਾਸਤੇ ਫੈਡਰਲ ਅਪਰੂਵਲ ਦੀ ਜ਼ਰੂਰਤ ਹੋਵੇਗੀ। ਇਸ ਬੈਨੀਫਿਟ ਦੇ ਤਹਿਤ ਜਿਹੜੇ ਵੀ ਵਰਕਰਸ ਨੂੰ ਸਿੰਪਟਮਸ ਹਨ ਜਾਂ ਜਿਹੜੇ ਵੈਕਸੀਨ ਲਗਵਾਉਣਾ ਚਾਹੁੰਦੇ ਨੇ ਜਾਂ ਫਿਰ ਜਿਨ੍ਹਾਂ ਨੂੰ COVID-19 ਦੇ ਕਰਕੇ ਕਿਸੇ ਤਰ੍ਹਾਂ ਦੇ ਮੈਂਟਲ ਇਸ਼ੂਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਇਸ ਬੈਨੀਫਿਟ ਦੇ ਯੋਗ ਹੋਣਗੇ। ਇਸ ਪ੍ਰੋਗਰਾਮ ਦੇ ਉੱਪਰ $750 ਮਿਲੀਅਨ ਤੋਂ ਲੈ ਕੇ $1.5 ਬਿਲੀਅਨ ਤੱਕ ਦਾ ਖਰਚਾ ਆਵੇਗਾ। ਇਹ ਬੈਨੀਫਿਟ ਸਤੰਬਰ 25 ਨੂੰ ਖਤਮ ਹੋ ਜਾਵੇਗਾ। ਇਸ ਵਾਸਤੇ ਅਪਲਾਈ ਕਿਵੇਂ ਕੀਤਾ ਜਾਣਾ ਹੈ, ਇਸ ਦੇ ਬਾਰੇ ਜਾਣਕਾਰੀ ਸਪਸ਼ਟ ਨਹੀਂ ਕੀਤੀ ਗਈ, ਕਿਉਂਕਿ ਅਜੇ ਇਸ ਦੇ ਵਾਸਤੇ ਲੈਜਿਸਲੇਚਰ ਵੱਲੋਂ ਮਨਜ਼ੂਰ ਕੀਤਾ ਜਾਣਾ ਬਾਕੀ ਹੈ। ਬ੍ਰਿਟੇਨ ਵੱਲੋਂ ਕੋਰੋਨਾ ਵੈਕਸੀਨ ਦੇ ਸੰਬੰਧ ਦੇ ਵਿੱਚ ਇੱਕ ਸਟੱਡੀ ਕਰਵਾਈ ਗਈ ਹੈ। ਇਸ ਦੇ ਵਿੱਚ ਪਤਾ ਚੱਲਿਆ ਹੈ ਕਿ 50% ਡੋਮੈਸਟਿਕ ਟ੍ਰਾਂਸਮਿਸ਼ਨ ਰੁਕਿਆ ਹੈ। ਉਹ ਇਸ ਕਰਕੇ ਕਿਉਂਕਿ ਲੋਕਾਂ ਵੱਲੋਂ COVID-19 ਵੈਕਸੀਨ ਦੀ ਪਹਿਲੀ ਸ਼ਾਟ ਲਗਵਾਈ ਗਈ। ਇਸ ਦੇ ਨਾਲ ਵੈਕਸੀਨੇਸ਼ਨ ਲਗਵਾਉਣ ਦੇ ਨਾਲ ਕੀ ਹੋਰ ਫਾਇਦੇ ਹੋਏ, ਇਹ ਵੀ ਇਸ ਸਟੱਡੀ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ। ਡੋਮੈਸਟਿਕ ਟ੍ਰਾਂਸਮਿਸ਼ਨ ਦੇ ਨਾਲ ਸੰਬੰਧਿਤ ਵੱਡੀ ਅਪਡੇਟ ਸਾਹਮਣੇ ਆਈ ਹੈ, ਜਿਸ ਦੇ ਬਾਰੇ ਵਿੱਚ PHE ਵੱਲੋਂ ਇੱਕ ਸਟੱਡੀ ਕਰਵਾਈ ਗਈ ਅਤੇ ਪਤਾ ਚੱਲਿਆ ਹੈ ਕਿ ਕਿਸ ਤਰ੍ਹਾਂ ਡੋਮੈਸਟਿਕ ਟ੍ਰਾਂਸਮਿਸ਼ਨ ਘੱਟ ਹੋਇਆ ਹੈ। ਦਰਅਸਲ ਇਹ ਜਿਹੜੀ ਸਟੱਡੀ ਹੈ ਇੰਗਲੈਂਡ ਦੇ ਵਿੱਚ ਕਰਵਾਈ ਗਈ, ਜਿਸ ਦੇ ਵਿੱਚ ਇਹ ਸਭ ਕੁਝ ਸਾਹਮਣੇ ਆਇਆ।
ਇਸ ਦੇ ਵਿੱਚ ਪਤਾ ਚੱਲਿਆ ਕਿ ਕਿਸ ਤਰ੍ਹਾਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਹੀ ਕਿੰਨੀ ਜ਼ਿਆਦਾ ਅਸਰਦਾਰ ਹੈ, ਜੋ ਕਿ ਵਾਇਰਸ ਦੇ ਫੈਲਾਅ ਨੂੰ ਰੋਕਦੀ ਹੈ। ਕੋਵਿਡ-19 ਦੀ ਪਹਿਲੀ ਡੋਜ਼ ਹੀ ਵਾਇਰਸ ਦੇ ਟ੍ਰਾਂਸਮਿਸ਼ਨ ਦੇ ਖਤਰੇ ਨੂੰ ਅੱਧਾ ਕਰ ਦਿੰਦੀ ਹੈ। ਇਸ ਸਟੱਡੀ ਦੇ ਵਿੱਚ ਪਤਾ ਚੱਲਿਆ ਹੈ ਕਿ ਜਿਹੜੇ ਲੋਕ ਇੱਕ ਵੈਕਸੀਨ ਲਗਵਾਉਣ ਦੇ 3 ਹਫ਼ਤੇ ਦੇ ਅੰਦਰ ਇਨਫੈਕਟ ਹੋ ਗਏ ਹਨ, ਉਹਨਾਂ ਲੋਕਾਂ ਦੇ ਮੁਕਾਬਲੇ ਟੀਕਾ ਨਾ ਲਗਵਾਉਣ ਵਾਲੇ ਲੋਕਾਂ ਦੇ ਇਨਫੈਕਟਡ ਹੋਣ ਦਾ ਖਤਰਾ 38 ਤੋਂ 49% ਦੇ ਵਿਚਕਾਰ ਘਟ ਰਿਹਾ। ਇਸ ਦੇ ਵਿੱਚ ਇਹ ਵੀ ਪਤਾ ਚੱਲਿਆ ਹੈ ਕਿ ਵੈਕਸੀਨ ਲਗਵਾਉਣ ਦੇ 14 ਦਿਨਾਂ ਦੇ ਬਾਅਦ ਲੋਕਾਂ ਦੇ ਵਿੱਚ ਕੋਰੋਨਾ ਵਾਇਰਸ ਦੇ ਖਿਲਾਫ ਸੇਫਟੀ ਦੇਖਣ ਨੂੰ ਮਿਲ ਰਹੀ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਨੇ ਵੀ ਇਸ ਸੰਬੰਧ ਦੇ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਪਾਈ ਹੈ, ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਕੋਵਿਡ-19 ਵੈਕਸੀਨ ਲਗਵਾਉਣ ਦੇ ਨਾਲ, ਜਾਣੀ ਕਿ ਇਸ ਦੀ ਪਹਿਲੀ ਡੋਜ਼ ਲਗਵਾਉਣ ਦੇ ਨਾਲ ਹੀ ਡੋਮੈਸਟਿਕ ਟ੍ਰਾਂਸਮਿਸ਼ਨ ਦਾ ਖਤਰਾ 50% ਘੱਟ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਸਟੱਡੀ ਤੋਂ ਪਤਾ ਚੱਲਦਾ ਹੈ ਕਿ ਇਸ ਸਮੇਂ ਕੋਵਿਡ-19 ਵੈਕਸੀਨ ਲਗਵਾਉਣੀ ਕਿੰਨੀ ਜ਼ਿਆਦਾ ਜ਼ਰੂਰੀ ਹੈ। ਇਹ ਜੋ ਸਟੱਡੀ ਬ੍ਰਿਟੇਨ ਦੇ ਵਿੱਚ ਕਰਵਾਈ ਗਈ, ਇਸ ਦੇ ਬਾਰੇ ਵਿੱਚ ਅਜੇ ਡਿਟੇਲਸ ਆਉਣੀਆਂ ਬਾਕੀ ਹਨ। ਇਸ ਅਧਿਐਨ ਦੇ ਵਿੱਚ 57,000 ਤੋਂ ਜ਼ਿਆਦਾ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ, ਜਾਣੀ ਕਿ 57,000 ਤੋਂ ਜ਼ਿਆਦਾ ਲੋਕਾਂ ਦੇ ਉੱਪਰ ਇਹ ਅਧਿਐਨ ਕੀਤਾ ਗਿਆ ਹੈ। ਕੋਵਿਡ-19 ਵੈਕਸੀਨ ਅਤੇ ਕੋਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਸਮੇਂ-ਸਮੇਂ ਦੇ ਉੱਪਰ ਕਈ ਤਰ੍ਹਾਂ ਦੀਆਂ ਸਟੱਡੀਜ਼ ਕੀਤੀਆਂ ਜਾ ਰਹੀਆਂ ਨੇ ਤੇ ਇਸ ਦੀ ਜਾਣਕਾਰੀ ਵੀ ਸਾਂਝੀ ਕੀਤੀ ਜਾ ਰਹੀ ਹੈ ਤਾਂ ਕਿ ਇਸ ਵਾਇਰਸ ਦੇ ਬਾਰੇ ਵਿੱਚ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਕੈਨੇਡਾ ਆਉਣ ਵਾਲੀ ਯਾਤਰੀਆਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਅਜਿਹੇ ਸਨ ਜਿਹੜੇ ਕਿ ਕੋਰੋਨਾ ਵਾਇਰਸ ਦੇ ਵੇਰੀਐਂਟ ਦੇ ਨਾਲ ਪੋਜ਼ਿਟਿਵ ਪਾਏ ਗਏ। ਕਦੋਂ ਕਿੰਨੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਇਹ ਉਹਨਾਂ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ। ਦਰਅਸਲ ਉਹਨਾਂ ਨੇ ਇੱਕ ਰਿਪੋਰਟ ਪੇਸ਼ ਕੀਤੀ ਹੈ। ਦੱਸ ਦਈਏ ਕਿ ਫੈਡਰਲ ਸਰਕਾਰ ਦੇ ਉੱਪਰ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਕਈ ਦੇਸ਼ਾਂ ਦੇ ਵਿੱਚ ਵੱਧਦੇ ਜਾ ਰਹੇ ਨੇ। ਇਸ ਦੇ ਕਰਕੇ ਹੋਰ ਵੀ ਜ਼ਿਆਦਾ ਸਖਤੀਆਂ ਕੀਤੀਆਂ ਜਾਣ। ਹਾਲ ਹੀ ਦੇ ਵਿੱਚ ਉਹਨਾਂ ਵੱਲੋਂ ਕਦਮ ਚੁੱਕਿਆ ਗਿਆ ਸੀ, ਜਿੱਥੇ ਭਾਰਤ ਅਤੇ ਪਾਕਿਸਤਾਨ ਦੇ ਨਾਲ ਅਗਲੇ 30 ਦਿਨਾਂ ਦੇ ਵਾਸਤੇ ਫਲਾਈਟਾਂ ਜਾਣੀ ਕਿ ਉਡਾਨਾਂ ਦੇ ਉੱਪਰ ਰੋਕ ਲਗਾ ਦਿੱਤੀ ਗਈ ਸੀ। ਕੋਰੋਨਾ ਵਾਇਰਸ ਦੇ ਬਾਰੇ ਵਿੱਚ ਇੱਕ ਅਪਡੇਟ ਕੈਨੇਡਾ ਤੋਂ ਸਾਹਮਣੇ ਆਈ ਹੈ, ਜਿਸ ਦੇ ਵਿੱਚ ਪਤਾ ਚੱਲਿਆ ਹੈ ਕਿ ਕੈਨੇਡਾ ਆਉਣ ਵਾਲੇ ਕਈ ਯਾਤਰੀ ਕੋਰੋਨਾ ਵੇਰੀਐਂਟ ਦੇ ਨਾਲ ਗ੍ਰਸਤ ਪਾਏ ਗਏ। ਜਾਣਕਾਰੀ ਮੁਤਾਬਕ ਕੈਨੇਡਾ ਦੇ ਵਿੱਚ ਦਾਖਲ ਹੋਏ 2000 ਤੋਂ ਵੱਧ ਟਰੈਵਲਰਸ ਦੇ ਵਿੱਚੋਂ ਕਈ ਕੋਰੋਨਾ ਵੇਰੀਐਂਟ ਦਾ ਸ਼ਿਕਾਰ ਸਨ। ਇਹ ਅੰਕੜਾ ਪਬਲਿਕ ਹੈਲਥ ਏਜੰਸੀ ਵੱਲੋਂ ਸਾਂਝਾ ਕੀਤਾ ਗਿਆ। ਦੱਸ ਦਈਏ ਕਿ ਸਰਕਾਰ ਨੂੰ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੇ ਵੇਰੀਐਂਟ ਦੇ ਖਤਰੇ ਦੇ ਦੌਰਾਨ ਹੋਰ ਵੀ ਜ਼ਿਆਦਾ ਸਖਤੀ ਕੀਤੀ ਜਾਵੇ। ਲਗਾਤਾਰ ਅਜਿਹਾ ਸਰਕਾਰ ਦੇ ਉੱਪਰ ਦਬਾਅ ਬਣਾਇਆ ਜਾ ਰਿਹਾ ਹੈ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਫੈਡਰਲ ਸਰਕਾਰ ਵੱਲੋਂ ਹਾਲ ਹੀ ਦੇ ਵਿੱਚ ਪਾਕਿਸਤਾਨ ਅਤੇ ਭਾਰਤ ਦੇ ਨਾਲ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ, ਜਿਸ ਦੇ ਵਿੱਚ ਉਹਨਾਂ ਕਿਹਾ ਕਿ ਜੋ ਲਗਾਤਾਰ ਇੱਥੇ ਕੋਰੋਨਾ ਦੇ ਮਾਮਲੇ ਵੱਧ ਰਹੇ ਨੇ, 30 ਦਿਨਾਂ ਦੇ ਵਾਸਤੇ ਕੈਨੇਡਾ, ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ਬੰਦ ਰਹਿਣਗੀਆਂ। ਦੱਸੀਏ ਕਿ ਸਿਹਤ ਏਜੰਸੀ ਵੱਲੋਂ ਜੋ ਅੰਕੜਾ ਦਿੱਤਾ ਗਿਆ ਹੈ, ਉਸ ਦੇ ਵਿੱਚ ਪਤਾ ਚੱਲਿਆ ਕਿ ਫਰਵਰੀ 28 ਤੋਂ ਅਪ੍ਰੈਲ 11 ਤੱਕ ਆਉਣ ਵਾਲੇ ਯਾਤਰੀਆਂ ਦੇ ਵਿੱਚੋਂ 2018 ਕੋਰੋਨਾ ਪੋਜ਼ਿਟਿਵ ਪਾਏ ਗਏ। ਇਸ ਬਾਰੇ ਉਦੋਂ ਪਤਾ ਚੱਲਿਆ ਜਦੋਂ ਇਹਨਾਂ ਯਾਤਰੀਆਂ ਦਾ ਕੈਨੇਡਾ ਦਾਖਲ ਹੋਣ ਦੇ ਉੱਪਰ ਕੋਵਿਡ-19 ਦਾ ਟੈਸਟ ਕੀਤਾ ਗਿਆ। ਹੋਰ ਡਾਟਾ ਦੇ ਵਿੱਚ ਇਹ ਵੀ ਪਤਾ ਚੱਲਿਆ ਕਿ ਅਪ੍ਰੈਲ 22 ਨੂੰ 557 ਲੋਕ ਕੋਵਿਡ ਵੇਰੀਐਂਟ ਦੇ ਨਾਲ ਪੋਜ਼ਿਟਿਵ ਪਾਏ ਗਏ। ਇਹਨਾਂ ਦੇ ਵਿੱਚ 518 ਯੂਕੇ ਵੇਰੀਐਂਟ, 27 ਸਾਊਥ ਅਫਰੀਕਾ ਵੇਰੀਐਂਟ ਅਤੇ 12 ਬ੍ਰਾਜ਼ੀਲ ਦੇ ਵੇਰੀਐਂਟ ਦੇ ਨਾਲ ਪੋਜ਼ਿਟਿਵ ਸਨ। ਸੋ ਕੈਨੇਡਾ ਦੇ ਵਿੱਚ ਹਰ ਯਾਤਰੀ ਦਾ ਇੱਥੇ ਪਹੁੰਚਣ ਦੇ ਉੱਪਰ ਕੋਵਿਡ-19 ਦਾ ਟੈਸਟ ਕੀਤਾ ਜਾਂਦਾ ਹੈ। ਇਸੇ ਦੇ ਸੰਬੰਧ ਦੇ ਵਿੱਚ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਇਹ ਅੰਕੜਾ ਸਾਂਝਾ ਕੀਤਾ ਗਿਆ, ਜਿਸ ਤੋਂ ਪਤਾ ਚੱਲਿਆ ਕਿ ਜਦੋਂ ਕੈਨੇਡਾ ਆਉਣ ਦੇ ਉੱਪਰ ਇਹਨਾਂ ਟਰੈਵਲਰਸ ਦਾ ਟੈਸਟ ਕੀਤਾ ਗਿਆ ਤਾਂ ਕਿੰਨੇ ਜ਼ਿਆਦਾ ਇਹਨਾਂ ਦੇ ਵਿੱਚੋਂ ਕੋਵਿਡ ਪੋਜ਼ਿਟਿਵ ਨਿਕਲੇ। ਕੈਨੇਡਾ ਜਾਣ ਵਾਲਿਆਂ ਦੇ ਲਈ ਇੱਕ ਵੱਡਾ ਸਵਾਲ ਹੈ ਕਿ ਜੇਕਰ ਅਸੀਂ ਆਪਣੇ ਦੇਸ਼ ਦੇ ਵਿੱਚ ਕੋਰੋਨਾ ਵੈਕਸੀਨ ਲਗਵਾ ਲਿਆ ਹੈ ਤੇ ਅਸੀਂ ਕੈਨੇਡਾ ਜਾਂਦੇ ਹਾਂ, ਜੋ ਹਦਾਇਤਾਂ, ਜੋ ਸਖਤੀਆਂ ਇੱਥੇ ਲਗਾਈਆਂ ਗਈਆਂ, ਕਿ ਉਹਨਾਂ ਤੋਂ ਸਾਨੂੰ ਰਾਹਤ ਦਿੱਤੀ ਜਾਵੇਗੀ। ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਦੱਸਿਆ ਕਿ ਅਜਿਹਾ ਨਹੀਂ ਹੈ। ਜੇਕਰ ਤੁਸੀਂ ਕਿਸੇ ਹੋਰ ਦੇਸ਼ ਦੇ ਵਿੱਚ ਟੀਕਾ ਲਗਵਾਇਆ ਤਾਂ ਜਿਹੜੀਆਂ ਹਦਾਇਤਾਂ, ਗਾਈਡਲਾਈਨਸ ਜਾਰੀ ਕੀਤੀਆਂ ਗਈਆਂ, ਚਾਹੇ ਉਹ ਹੋਟਲ ਦੇ ਵਿੱਚ ਕੁਆਰੰਟੀਨ ਕਰਨਾ ਹੋਵੇ, ਉਸ ਤੋਂ ਤੁਹਾਨੂੰ ਐਗਜ਼ੈਂਪਟ ਨਹੀਂ ਕੀਤਾ ਜਾਵੇਗਾ। ਵੱਖ-ਵੱਖ ਦੇਸ਼ਾਂ ਦੇ ਵਿੱਚ ਕੋਰੋਨਾ ਵਾਇਰਸ ਦੇ ਚੱਲਦਿਆਂ ਵੈਕਸੀਨੇਸ਼ਨ ਦੀ ਸ਼ੁਰੂਆਤ ਹੋਈ, ਜਿੱਥੇ ਵੱਡੀ ਗਿਣਤੀ ਦੇ ਵਿੱਚ ਹੁਣ ਲੋਕਾਂ ਨੂੰ ਇੱਕ ਕੋਰੋਨਾ ਟੀਕਾ ਲਗਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕੈਨੇਡਾ ਜਾਣ ਵਾਲਿਆਂ ਦੇ ਮਨਾਂ ਦੇ ਵਿੱਚ ਇਸ ਨੂੰ ਲੈ ਕੇ ਇੱਕ ਵੱਡਾ ਸਵਾਲ ਹੈ। ਇਹ ਸਵਾਲ ਹੈ, ਜੇਕਰ ਕੈਨੇਡਾ ਪਹੁੰਚਣ ਦੇ ਉੱਪਰ ਟੀਕਾ ਲਗਵਾਉਣ ਦਾ ਸਬੂਤ ਦਿਖਾਇਆ ਜਾਵੇਗਾ ਤਾਂ ਕੀ ਗੱਲ ਜਿਹੜੀਆਂ ਹਦਾਇਤਾਂ ਉੱਥੇ ਲਾਗੂ ਕੀਤੀਆਂ ਗਈਆਂ ਉਸ ਤੋਂ ਬਚਾਅ ਹੋ ਸਕੇਗਾ ਜਾਂ ਫਿਰ ਨਹੀਂ, ਜਾਣੀ ਕਿ ਇਹਨਾਂ ਹਦਾਇਤਾਂ ਤੋਂ ਉਹਨਾਂ ਨੂੰ ਐਗਜ਼ੈਂਪਟ ਕੀਤਾ ਜਾਵੇਗਾ ਜਾਂ ਫਿਰ ਨਹੀਂ। ਇਸ ਦੇ ਨਾਲ ਸੰਬੰਧਿਤ ਜਾਣਕਾਰੀ travel.gc.ca ਵੱਲੋਂ ਟਵਿੱਟਰ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਗਈ।
ਉਹਨਾਂ ਨੇ ਟਵਿੱਟਰ ਦੇ ਉੱਪਰ ਇਹ ਅਪਡੇਟ ਦਿੱਤੀ ਹੈ ਕਿ ਜੇਕਰ ਤੁਸੀਂ ਕਿਸੇ ਹੋਰ ਦੇ ਵਿੱਚ ਕੋਵਿਡ-19 ਵੈਕਸੀਨ ਲਗਵਾਈ ਹੈ ਅਤੇ ਕੈਨੇਡਾ ਪਹੁੰਚਣ ਦੇ ਉੱਪਰ ਤੁਸੀਂ ਇਸ ਦਾ ਸਬੂਤ ਦਿੰਦੇ ਹੋ ਤਾਂ ਤੁਹਾਨੂੰ ਜਿਹੜੀਆਂ ਹਦਾਇਤਾਂ ਲਾਗੂ ਕੀਤੀਆਂ ਗਈਆਂ ਉਹਨਾਂ ਤੋਂ ਐਗਜ਼ੈਂਪਟ ਨਹੀਂ ਕੀਤਾ ਜਾਵੇਗਾ। ਦੱਸੀਏ ਕਿ ਕੈਨੇਡਾ ਵੱਲੋਂ ਆਉਣ ਵਾਲੇ ਯਾਤਰੀਆਂ ਦੇ ਲਈ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ, ਜਿਸ ਦੇ ਵਿੱਚ ਹੋਟਲ ਦੇ ਵਿੱਚ 3 ਦਿਨਾਂ ਦਾ ਆਪਣੇ ਖਰਚੇ ਦੇ ਉੱਪਰ ਕੁਆਰੰਟੀਨ ਸ਼ਾਮਿਲ ਹੈ। ਕੈਨੇਡਾ ਲੈਂਡ ਹੋਣ ਦੇ ਉੱਪਰ ਕੋਵਿਡ-19 ਟੈਸਟ ਕੀਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਜੇਕਰ ਰਿਪੋਰਟ ਨੈਗੇਟਿਵ ਆਵੇ ਤਾਂ ਘਰ ਦੇ ਵਿੱਚ ਕੁਆਰੰਟੀਨ ਕਰਨਾ ਹੋਵੇਗਾ, ਨਹੀਂ ਤਾਂ ਫਿਰ ਸਰਕਾਰੀ ਜਗ੍ਹਾ ਦੇ ਉੱਪਰ ਆਈਸੋਲੇਟ ਹੋਣਾ ਪਵੇਗਾ। ਕੈਨੇਡਾ ਦੇ ਵਿੱਚ ਰੀਟੇਲ ਸੇਲ ਅੰਦਰ ਵਾਧਾ ਦੇਖਣ ਨੂੰ ਮਿਲਿਆ। ਸਟੈਟਿਸਟਿਕਸ ਕੈਨੇਡਾ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਹੈ ਕਿ ਫਰਵਰੀ ਮਹੀਨੇ ਰੀਟੇਲ ਸੇਲ ਦੇ ਵਿੱਚ 4.3% ਦਾ ਵਾਧਾ ਦਰਜ ਕੀਤਾ ਗਿਆ। ਸਟੈਟਿਸਟਿਕਸ ਕੈਨੇਡਾ ਨੇ ਇੱਕ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਰੀਟੇਲ ਸੇਲ ਦੇ ਵਿੱਚ 4.8% ਦਾ ਵਾਧਾ ਹੋਇਆ, ਜਿਸ ਦਾ ਮਤਲਬ ਹੈ ਕਿ ਫਰਵਰੀ ਮਹੀਨੇ ਰੀਟੇਲ ਸੇਲ $55.1 ਬਿਲੀਅਨ ਰਹੀ। ਇਸ ਦੇ ਨਾਲ ਹੀ ਮੋਟਰ ਵਹੀਕਲ, ਪਾਰਟਸ ਡੀਲਰ ਅਤੇ ਗੈਸੋਲੀਨ ਸਟੇਸ਼ਨ ਦੇ ਵਿੱਚ ਵੀ ਵਾਧਾ ਦੇਖਣ ਨੂੰ ਮਿਲਿਆ। ਏਜੰਸੀ ਨੇ ਦੱਸਿਆ ਕਿ ਗੈਸੋਲੀਨ ਸਟੇਸ਼ਨਸ ਅਤੇ ਮੋਟਰ ਸਰਵਿਸਿਜ਼ ਅਤੇ ਪਾਰਟ ਡੀਲਰਸ ਦੇ ਵਿੱਚ ਫਰਵਰੀ ਮਹੀਨੇ 3.8% ਦਾ ਵਾਧਾ ਦੇਖਿਆ ਗਿਆ। ਇਹ 3 ਮਹੀਨਿਆਂ ਦੇ ਵਿੱਚ ਪਹਿਲੀ ਵਾਰ ਵਾਧਾ ਹੋਇਆ। ਸਟੈਟਿਸਟਿਕਸ ਕੈਨੇਡਾ ਦੇ ਮੁਤਾਬਕ ਮਾਰਚ ਮਹੀਨੇ 2.3% ਵਾਧਾ ਹੋਇਆ। ਮੋਟਰ ਵਹੀਕਲਸ ਦੀ ਫਰਵਰੀ ਮਹੀਨੇ ਸੇਲ 5.6% ਤੱਕ ਵਧ ਰਹੀ। ਕੁੱਲ ਮਿਲਾ ਕੇ ਰੀਟੇਲ ਸੇਲ ਦੇ ਵਿੱਚ 4.3% ਦਾ ਵਾਧਾ ਦੇਖਣ ਨੂੰ ਮਿਲਿਆ। ਦੱਸੀਏ ਕਿ ਕੋਰੋਨਾ ਵਾਇਰਸ ਦਾ ਅਸਰ ਵੱਖ-ਵੱਖ ਚੀਜ਼ਾਂ ਦੇ ਉੱਪਰ ਪਿਆ। ਇਸ ਦੇ ਨਾਲ ਕਾਫੀ ਚੀਜ਼ਾਂ ਪ੍ਰਭਾਵਿਤ ਹੋਈਆਂ। ਸਟੈਟਿਸਟਿਕਸ ਕੈਨੇਡਾ ਵੱਲੋਂ ਸਮੇਂ-ਸਮੇਂ ਦੇ ਉੱਪਰ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਕਿਹਨਾਂ ਚੀਜ਼ਾਂ ਦੇ ਵਿੱਚ ਪ੍ਰੋਗਰੈਸ ਦੇਖਣ ਨੂੰ ਮਿਲ ਰਹੀ ਹੈ, ਜਾਣੀ ਕਿ ਕਿਹੜੀਆਂ ਚੀਜ਼ਾਂ ਦੇ ਵਿੱਚ ਵਾਧਾ ਹੋਇਆ। ਇਸੇ ਦੇ ਚੱਲਦਿਆਂ ਉਹਨਾਂ ਨੇ ਰੀਟੇਲ ਸੇਲ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਦੱਸਿਆ ਗਿਆ ਕਿ ਕਿਵੇਂ ਇੱਕ ਮਹੀਨੇ ਦੇ ਵਿੱਚ ਵਾਧਾ ਦੇਖਿਆ ਗਿਆ। ਕੈਨੇਡਾ ਦੀ ਆਰਥਿਕਤਾ ਦੇ ਬਾਰੇ ਵਿੱਚ ਬੈਂਕ ਆਫ ਕੈਨੇਡਾ ਵੱਲੋਂ ਆਪਣਾ ਪੱਖ ਜਾਣੀ ਕਿ ਆਪਣਾ ਬਿਆਨ ਜਾਰੀ ਕੀਤਾ ਗਿਆ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ 2021 ਦੇ ਦੂਸਰੇ ਹਾਫ ਦੇ ਵਿੱਚ ਜਿਹੜੀ ਆਰਥਿਕਤਾ ਹੈ ਉਹ ਮਜ਼ਬੂਤ ਹੋ ਸਕਦੀ ਹੈ। ਉਹਨਾਂ ਵੱਲੋਂ ਹੋਰ ਕੀ ਜਾਣਕਾਰੀ ਦਿੱਤੀ ਗਈ ਦੱਸਾਂਗੇ ਇਸ ਖਬਰ ਦੇ ਵਿੱਚ। ਬੈਂਕ ਆਫ ਕੈਨੇਡਾ ਨੇ ਆਰਥਿਕਤਾ ਦੇ ਬਾਰੇ ਵਿੱਚ ਖਾਸ ਜਾਣਕਾਰੀ ਸਾਂਝੀ ਕੀਤੀ ਹੈ, ਜਿੱਥੇ ਉਹਨਾਂ ਨੇ ਕਿਹਾ ਹੈ ਕਿ 2021 ਦੇ ਦੂਸਰੇ ਹਾਫ ਦੇ ਵਿੱਚ ਕੈਨੇਡਾ ਦੀ ਆਰਥਿਕਤਾ ਕਾਫੀ ਮਜ਼ਬੂਤ ਹੋਵੇਗੀ। ਇਹ ਵਿਚਾਰ ਗਵਰਨਰ ਟਿਫ ਵੱਲੋਂ ਸਾਂਝੇ ਕੀਤੇ ਗਏ। ਟਿਫ ਵੱਲੋਂ ਉਸ ਭਵਿੱਖਬਾਣੀ ਦਾ ਜਵਾਬ ਦਿੱਤਾ ਗਿਆ ਜੋ ਕਿ ਸੈਂਟਰਲ ਬੈਂਕ ਵੱਲੋਂ ਕੀਤੀ ਗਈ ਸੀ, ਜਿਸ ਵਿੱਚ ਉਹਨਾਂ ਨੇ ਕੈਨੇਡਾ ਦੀ ਆਰਥਿਕਤਾ ਨੂੰ ਲੈ ਕੇ ਭਵਿੱਖਬਾਣੀ ਕੀਤੀ ਸੀ। ਬੈਂਕ ਨੇ ਪਿਛਲੇ ਹਫ਼ਤੇ ਸੰਕੇਤ ਦਿੱਤਾ ਸੀ ਕਿ 2022 ਦੇ ਆਖਿਰ ਤੱਕ ਰੇਟ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ। ਟਿਫ ਨੇ ਕਿਹਾ ਕਿ ਅਨਸਰਟੇਨਿਟੀ ਇਸ ਉੱਪਰ ਨਿਰਭਰ ਕਰਦੀ ਹੈ ਕਿ ਕੋਰੋਨਾ ਵਾਇਰਸ ਕਿਵੇਂ ਪ੍ਰੋਗਰੈਸ ਕਰ ਰਿਹਾ ਹੈ। ਟਿਫ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਕੈਨੇਡਾ ਦੇ ਵਿੱਚ ਤੀਸਰੀ ਲਹਿਰ ਕਾਫੀ ਜ਼ਿਆਦਾ ਬੁਰੀ ਰਹੀ। ਇਸ ਦੇ ਨਾਲ ਵੱਖ-ਵੱਖ ਚੀਜ਼ਾਂ ਦੇ ਉੱਪਰ ਅਸਰ ਪਿਆ ਅਤੇ ਕਾਰੋਬਾਰ ਵੀ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ। ਟਿਫ ਨੇ ਕਿਹਾ ਕਿ ਜਿਵੇਂ ਹੀ ਜ਼ਿੰਦਗੀ ਆਮ ਵਾਂਗ ਹੋਵੇਗੀ ਤਾਂ ਗ੍ਰਾਹਕ ਪੈਸੇ ਖਰਚਣ ਲੱਗਣਗੇ, ਇਸ ਦੇ ਨਾਲ ਰਿਕਵਰੀ ਛੇਤੀ ਹੋਵੇਗੀ। ਉਹਨਾਂ ਦੱਸਿਆ ਕਿ ਕੁਝ ਸੈਕਟਰਸ ਜਾਣੀ ਕਿ ਖੇਤਰ ਅਜਿਹੇ ਹਨ ਜਿਨ੍ਹਾਂ ਉੱਪਰ ਕੋਰੋਨਾ ਵਾਇਰਸ ਦੀ ਕਾਫੀ ਜ਼ਿਆਦਾ ਬੁਰੀ ਮਾਰ ਪਈ ਹੈ। ਕੋਰੋਨਾ ਵਾਇਰਸ ਦੇ ਕਾਰਨ ਇਹ ਸੈਕਟਰਸ ਕਾਫੀ ਜ਼ਿਆਦਾ ਪ੍ਰਭਾਵਿਤ ਹੋਏ, ਜਿਨ੍ਹਾਂ ਨੂੰ ਸੰਭਲਣ ਦੇ ਵਿੱਚ ਹੌਲੀ-ਹੌਲੀ ਸਮਾਂ ਲੱਗੇਗਾ। ਕਿਊਬੈਕ ਤੋਂ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਔਰਤ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਲਗਵਾਇਆ ਗਿਆ। ਬਾਅਦ ਦੇ ਵਿੱਚ ਉਸਦੇ ਸਰੀਰ ਦੇ ਵਿੱਚ ਬਲੱਡ ਕਲੌਟ ਬਣੇ ਅਤੇ ਇਸ ਦੇ ਚੱਲਦਿਆਂ ਉਸਦੀ ਮੌਤ ਹੋ ਗਈ। ਹੁਣ ਪਰਿਵਾਰ ਸਾਹਮਣੇ ਆਇਆ, ਜਾਣੀ ਕਿ ਅੱਗੇ ਆਇਆ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਜੇਕਰ ਤੁਹਾਡੇ ਟੀਕਾ ਜਾਣੀ ਕਿ ਵੈਕਸੀਨ ਲਗਾਉਣ ਤੋਂ ਬਾਅਦ ਕੋਈ ਵੀ ਸਿੰਪਟਮਸ ਆਉਂਦੇ ਨੇ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ, ਬਲਕਿ ਇਸ ਨੂੰ ਗੰਭੀਰਤਾ ਦੇ ਨਾਲ ਲਿਆ ਜਾਵੇ। ਕਿਊਬੈਕ ਤੋਂ ਇੱਕ ਖਬਰ ਸਾਹਮਣੇ ਆਈ ਸੀ, ਜਿੱਥੇ ਇੱਕ ਔਰਤ ਜਿਸਨੇ ਐਸਟ੍ਰਾਜੈਨੇਕਾ ਵੈਕਸੀਨ ਲਗਵਾਇਆ ਉਸਦੇ ਵਿੱਚ ਬਲੱਡ ਕਲੌਟ ਬਣੇ ਅਤੇ ਉਸਦੀ ਮੌਤ ਹੋ ਗਈ। ਹੁਣ ਇਸ ਤੋਂ ਬਾਅਦ ਕਿਊਬੈਕ ਦੇ ਵਿੱਚ ਜਿਸ ਔਰਤ ਦੀ ਮੌਤ ਹੋਈ ਉਸਦੇ ਪਰਿਵਾਰ ਵੱਲੋਂ ਬਿਆਨ ਜਾਰੀ ਕੀਤਾ ਗਿਆ, ਜਿੱਥੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਸਿੰਪਟਮ ਆਉਂਦਾ ਹੈ ਤਾਂ ਚੁਕੰਨੇ ਰਹੋ। ਪਰਿਵਾਰ ਵੱਲੋਂ ਲਗਾਤਾਰ ਚੁਕੰਨੇ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਵੀ ਤੁਹਾਡੇ ਵਿੱਚ ਕੋਈ ਵੀ ਲੱਛਣ ਦਿਖਾਈ ਦੇਣ ਤਾਂ ਜ਼ਰੂਰ ਡਾਕਟਰ ਦੇ ਨਾਲ ਰਾਬਤਾ ਕਾਇਮ ਕੀਤਾ ਜਾਵੇ। ਦੱਸ ਦਈਏ ਕਿ ਕਿਊਬੈਕ ਦੇ ਵਿੱਚ ਇੱਕ 54 ਸਾਲਾ ਔਰਤ ਜਿਸ ਦਾ ਨਾਮ ਫ੍ਰੈਂਕਾਈਨ ਬੋਇਰ ਸੀ, ਉਸ ਦੀ ਮੌਤ ਹੋ ਗਈ। ਇਸ ਔਰਤ ਦੀ ਮੌਤ ਅਪ੍ਰੈਲ 23 ਨੂੰ ਹੋਈ। ਬੋਇਰ ਅਤੇ ਉਸਦੇ ਪਤੀ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਦਾ ਪਹਿਲਾ ਸ਼ਾਟ ਲਗਵਾਇਆ ਗਿਆ ਸੀ। ਉਸ ਤੋਂ ਬਾਅਦ ਪਰਿਵਾਰ ਨੂੰ ਕੁਝ ਦਿਨਾਂ ਦੇ ਲਈ ਸਿਰਦਰਦ ਅਤੇ ਥਕਾਨ ਮਹਿਸੂਸ ਹੁੰਦੀ ਰਹੀ, ਜਾਣੀ ਕਿ ਇਹ ਲੱਛਣ ਉਹਨਾਂ ਨੂੰ ਦਿਖਾਈ ਦਿੰਦੇ ਰਹੇ। ਫਿਰ ਇਸ ਔਰਤ ਜਿਸ ਦਾ ਨਾਮ ਬੋਇਰ ਹੈ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ, ਪਰ ਉਸ ਦੀ ਮੌਤ ਹੋ ਗਈ।
ਇਸ ਔਰਤ ਦੇ ਪਤੀ ਜਿਸ ਵੱਲੋਂ ਐਸਟ੍ਰੋਜੈਨਿਕਾ ਵੈਕਸੀਨ ਦਾ ਪਹਿਲਾ ਸ਼ਾਟ ਲਗਵਾਇਆ ਗਿਆ ਸੀ ਉਸ ਦੇ ਵਿੱਚ ਕੋਈ ਵੀ ਲੱਛਣ ਜਾਣੀ ਕਿ ਮਾੜੇ ਪ੍ਰਭਾਵ ਦਿਖਾਈ ਨਹੀਂ ਦਿੱਤੇ। ਇਸ ਸਭ ਤੋਂ ਬਾਅਦ ਹੁਣ ਪਰਿਵਾਰ ਹਰ ਕਿਸੇ ਨੂੰ ਗੁਹਾਰ ਲਗਾ ਰਿਹਾ ਹੈ ਕਿ ਜੇਕਰ ਤੁਹਾਨੂੰ ਕੋਈ ਵੀ ਸਿੰਪਟਮਸ ਆਉਣ ਤਾਂ ਉਸ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਦੱਸੀਏ ਕਿ ਕਿਊਬੈਕ ਦੇ ਵਿੱਚ ਜਿਸ ਔਰਤ ਦੀ ਬਲੱਡ ਕਲੌਟ ਦੇ ਕਾਰਨ ਮੌਤ ਹੋਈ ਹੈ ਉਹ 2 ਬੱਚਿਆਂ ਦੀ ਮਾਂ ਹੈ ਅਤੇ ਉਸਦੇ 2 ਗ੍ਰੈਂਡ ਚਿਲਡਰਨ ਵੀ ਹਨ। ਨੈਟਫਲਿਕਸ ਵੱਲੋਂ ਹਾਲ ਹੀ ਦੇ ਵਿੱਚ ਐਲਾਨ ਕੀਤਾ ਗਿਆ ਸੀ ਕਿ ਕੈਨੇਡਾ ਅੰਦਰ ਉਹ ਆਪਣਾ ਦਫ਼ਤਰ ਖੋਲ੍ਹਣਗੇ। ਟੋਰਾਂਟੋ ਦੀ ਇਸ ਵਾਸਤੇ ਚੋਣ ਕਰ ਲਈ ਗਈ ਹੈ। ਇਹ ਕਾਫੀ ਜ਼ਿਆਦਾ ਟੋਰਾਂਟੋ ਵਾਸੀਆਂ ਦੇ ਲਈ ਇੱਕ ਖੁਸ਼ੀ ਦੀ ਖਬਰ ਹੈ ਕਿਉਂਕਿ ਜਦੋਂ ਨੈਟਫਲਿਕਸ ਦਾ ਦਫ਼ਤਰ ਇੱਥੇ ਖੁੱਲੇਗਾ ਤੇ ਕਾਫੀ ਜ਼ਿਆਦਾ ਲੋਕਾਂ ਨੂੰ ਇਸ ਦੇ ਨਾਲ ਰੋਜ਼ਗਾਰ ਵੀ ਮਿਲੇਗਾ। ਰੋਜ਼ਗਾਰ ਦੇ ਬਾਰੇ ਜਾਣਕਾਰੀ ਨੈਟਫਲਿਕਸ ਵੱਲੋਂ ਬਾਅਦ ਦੇ ਵਿੱਚ ਸਾਂਝੀ ਕੀਤੀ ਜਾਵੇਗੀ, ਪਰ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਕਈ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ ਟੋਰਾਂਟੋ ਦੀ ਦਫ਼ਤਰ ਖੋਲ੍ਹਣ ਦੇ ਲਈ ਚੋਣ ਕੀਤੀ ਹੈ। ਨੈਟਫਲਿਕਸ ਵੱਲੋਂ ਕੈਨੇਡਾ ਦੇ ਵਿੱਚ ਦਫ਼ਤਰ ਖੋਲ੍ਹਣ ਦੇ ਵਾਸਤੇ ਐਲਾਨ ਕੀਤਾ ਗਿਆ। ਹੁਣ ਇਹ ਖਾਸ ਜਾਣਕਾਰੀ ਸਾਹਮਣੇ ਆਈ ਹੈ ਕਿ ਨੈਟਫਲਿਕਸ ਵੱਲੋਂ ਆਪਣਾ ਦਫ਼ਤਰ ਖੋਲ੍ਹਣ ਦੇ ਲਈ ਟੋਰਾਂਟੋ ਦੀ ਚੋਣ ਕੀਤੀ ਗਈ ਹੈ। ਜੂਨ ਮਹੀਨੇ ਨੈਟਫਲਿਕਸ ਵੱਲੋਂ ਨੌਕਰੀਆਂ ਦੇ ਬਾਰੇ ਵਿੱਚ ਵੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਦੱਸ ਦਈਏ ਕਿ ਫਰਵਰੀ ਮਹੀਨੇ ਨੈਟਫਲਿਕਸ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਜਿੱਥੇ ਉਹਨਾਂ ਨੇ ਦੱਸਿਆ ਸੀ ਕਿ ਉਹ ਕੈਨੇਡਾ ਦੇ ਵਿੱਚ ਦਫ਼ਤਰ ਖੋਲ੍ਹਣ ਜਾ ਰਹੇ ਹਨ। ਨਾ ਹੀ ਉਹਨਾਂ ਇਹ ਵੀ ਗੱਲ ਦੱਸੀ ਸੀ ਕਿ ਉਹਨਾਂ ਵੱਲੋਂ ਲੋਕੇਸ਼ਨ ਦੀ ਭਾਲ ਕੀਤੀ ਜਾ ਰਹੀ ਹੈ ਕਿ ਕਿੱਥੇ ਉਹਨਾਂ ਦਾ ਇਹ ਦਫ਼ਤਰ ਹੋਵੇਗਾ। ਨੈਟਫਲਿਕਸ ਦੀ ਨਜ਼ਰ ਦੇ ਵਿੱਚ ਟੋਰਾਂਟੋ ਅਤੇ ਵੈਂਕੂਵਰ ਦੋਨੋਂ ਹੀ ਸੀ। ਉਹਨਾਂ ਵੱਲੋਂ ਕਈ ਤਰ੍ਹਾਂ ਦੀ ਪੜਤਾਲ ਕੀਤੀ ਗਈ ਅਤੇ ਆਖਿਰਕਾਰ ਨੈਟਫਲਿਕਸ ਵੱਲੋਂ ਟੋਰਾਂਟੋ ਨੂੰ ਚੁਣ ਲਿਆ ਗਿਆ। ਦੱਸ ਦਈਏ ਕਿ 2 ਸਾਲ ਪਹਿਲਾਂ ਹੀ ਟੋਰਾਂਟੋ ਨੈਟਫਲਿਕਸ ਦੇ ਲਈ ਪ੍ਰੋਡਕਸ਼ਨ ਹੱਬ ਬਣ ਗਿਆ। ਟੋਰਾਂਟੋ ਦੀ ਚੋਣ ਕੀਤੇ ਜਾਣ ਦੇ ਪਿੱਛੇ ਕਈ ਕਾਰਨ ਹਨ। ਸ਼ਹਿਰ ਦੇ ਵਿੱਚ ਹੁਨਰ, ਪਾਰਟਨਰ ਅਤੇ ਇੰਟਰਨੈਸ਼ਨਲ ਫੈਸਟੀਵਲ ਇਸ ਦੇ ਪਿੱਛੇ ਵੱਡੇ ਕਾਰਨ ਦੱਸੇ ਜਾ ਰਹੇ ਨੇ ਕਿ ਨੈਟਫਲਿਕਸ ਨੇ ਟੋਰਾਂਟੋ ਦੀ ਚੋਣ ਕੀਤੀ ਹੈ। ਜਾਣਕਾਰੀ ਮੁਤਾਬਕ ਇੱਥੇ ਕੰਮ ਕਰਨ ਵਾਲੇ 10 ਤੋਂ 15 EMPLOYEES ਟੋਰਾਂਟੋ ਬੇਸਡ ਹੋਣਗੇ। ਟੋਰਾਂਟੋ ਦੇ ਮੇਅਰ ਵੱਲੋਂ ਵੀ ਇਸ ਦੇ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਗਈ ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਇਸ ਸਾਲ ਸ਼ੂਟਿੰਗ ਦੇ ਲਈ ਸ਼ਹਿਰ ਦੇ ਵਿੱਚ ਨੈਟਫਲਿਕਸ ਦੇ ਵੱਲੋਂ $200 ਮਿਲੀਅਨ ਖਰਚ ਕੀਤੇ ਜਾਣਗੇ। ਇਸ ਕੋਰੋਨਾ ਵਾਇਰਸ ਦੇ ਦੌਰਾਨ ਅਜਿਹਾ ਖਰਚਾ ਕਈਆਂ ਦੇ ਲਈ ਰਾਹਤ ਭਰੀ ਖਬਰ ਲੈ ਕੇ ਆਇਆ ਹੈ ਕਿਉਂਕਿ ਇਸ ਦੇ ਨਾਲ ਕਈਆਂ ਨੂੰ ਰੋਜ਼ਗਾਰ ਮਿਲੇਗਾ। ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ। ਦਰਅਸਲ ਉਹਨਾਂ ਵੱਲੋਂ ਆਪਣਾ PNP ਡਰਾਅ ਕੱਢਿਆ ਗਿਆ ਜਿਸ ਦੇ ਤਹਿਤ 362 ਉਮੀਦਵਾਰਾਂ ਦੀ ਕਿਸਮਤ ਜਾਗੀ, ਜਾਣੀ ਕਿ ਉਹਨਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ। ਇਸ ਨਵੇਂ ਡਰਾਅ ਦੇ ਤਹਿਤ ਬ੍ਰਿਟਿਸ਼ ਕੋਲੰਬੀਆ ਵੱਲੋਂ 362 ਸੱਦੇ ਜਾਰੀ ਕੀਤੇ ਗਏ। ਇਹ ਡਰਾਅ ਅਪ੍ਰੈਲ 27 ਨੂੰ ਐਲਾਨ ਕੀਤਾ ਗਿਆ ਜਿੱਥੇ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਇਸ ਨਵੇਂ ਡਰਾਅ ਦੇ ਵਿੱਚ ਇਹ ਵੀ ਦੇਖਿਆ ਗਿਆ ਕਿ ਇੱਕ ਵਾਰ ਫਿਰ ਤੋਂ ਬ੍ਰਿਟਿਸ਼ ਕੋਲੰਬੀਆ ਵੱਲੋਂ ਜਨਰਲ ਡਰਾਅ ਕੱਢਿਆ ਗਿਆ। ਇਸ ਦੇ ਨਾਲ ਹੀ ਰੈਸਟੋਰੈਂਟ ਅਤੇ ਫੂਡ ਸਰਵਿਸ ਮੈਨੇਜਰਸ ਦੇ ਲਈ ਵੀ ਇਸ ਡਰਾਅ ਦੇ ਵਿੱਚ ਐਲਾਨ ਕੀਤਾ ਗਿਆ। ਇਸ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਤਹਿਤ ਸਕਿੱਲਸ ਇਮੀਗ੍ਰੇਸ਼ਨ ਅਤੇ ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ ਸਟਰੀਮਸ ਦੇ ਅਧੀਨ ਸੱਦੇ ਜਾਰੀ ਕੀਤੇ ਗਏ। ਇਸ ਡਰਾਅ ਦੇ ਤਹਿਤ 78 ਤੋਂ ਲੈ ਕੇ 95 ਪੁਆਇੰਟਸ ਤੱਕ ਦੀ ਜ਼ਰੂਰਤ ਸੀ ਤਾਂ ਕਿ ਇਨਵੀਟੇਸ਼ਨ ਹਾਸਲ ਕੀਤਾ ਜਾ ਸਕੇ। ਜਿਹੜਾ ਐਪਲੀਕੈਂਟਸ ਦੇ ਲਈ ਸੈਪਰੇਟ ਡਰਾਅ ਕੱਢਿਆ ਗਿਆ ਇਸ ਦੇ ਵਿੱਚ 14 ਇਨਵੀਟੇਸ਼ਨ ਦਿੱਤੇ ਗਏ ਜਿਨ੍ਹਾਂ ਦਾ ਸਕੋਰ 113 ਰਿਹਾ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਵੱਲੋਂ ਸਮੇਂ-ਸਮੇਂ ਦੇ ਉੱਪਰ PNP ਡਰਾਅ ਦਾ ਐਲਾਨ ਕੀਤਾ ਜਾਂਦਾ ਹੈ ਜਿਸ ਦੇ ਤਹਿਤ ਉਮੀਦਵਾਰਾਂ ਦੀ ਕਿਸਮਤ ਜਾਗਦੀ ਹੈ। ਹੁਣ ਤੱਕ 2021 ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਵੱਲੋਂ 3000 ਤੋਂ ਵੱਧ ਇਨਵੀਟੇਸ਼ਨ ਦਿੱਤੇ ਗਏ ਜਿਸ ਦਾ ਮਤਲਬ ਹੈ ਕਿ ਉਹਨਾਂ ਵੱਲੋਂ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਲਈ ਅਪਲਾਈ ਕਰਨ ਦਾ 3893 ਉਮੀਦਵਾਰਾਂ ਨੂੰ ਮੌਕਾ ਦਿੱਤਾ ਜਾ ਚੁੱਕਿਆ ਹੈ ਅਤੇ ਇਹ ਸਭ PNP ਡਰਾਅ ਦੇ ਜ਼ਰੀਏ ਹੋਇਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫੈਸਲਾ ਲਿਆ ਗਿਆ ਸੀ ਕਿ ਸਕੂਲਾਂ ਦੇ ਵਿੱਚ ਜਿਹੜੇ ਵਰਦੀਧਾਰੀ ਪੁਲਿਸ ਅਫਸਰ ਨੇ ਉਹਨਾਂ ਨੂੰ ਤਾਇਨਾਤ ਕੀਤਾ ਜਾਵੇਗਾ। ਇਹ ਕਦਮ ਸੁਰੱਖਿਆ ਦੇ ਵਾਸਤੇ ਚੁੱਕਿਆ ਗਿਆ ਸੀ, ਪਰ ਉਧਰ ਨਿਊ ਵੈਸਟਮਿੰਸਟਰ ਅਤੇ ਵੈਂਕੂਵਰ ਵੱਲੋਂ ਕਿਹਾ ਗਿਆ ਕਿ ਉਹਨਾਂ ਵੱਲੋਂ ਸਕੂਲਾਂ 'ਚੋਂ ਇਹ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਹਟਾਇਆ ਜਾਵੇਗਾ। ਉਧਰ ਦੂਜੇ ਪਾਸੇ ਸਰੀ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਸਕੂਲਾਂ ਤੋਂ ਜਿਹੜੇ ਆਫੀਸਰਸ ਨੇ ਉਹਨਾਂ ਨੂੰ ਨਹੀਂ ਹਟਾਇਆ ਜਾਵੇਗਾ ਕਿਉਂਕਿ ਇਹ ਜਿਹੜਾ ਸਵਾਲ ਸੁਰੱਖਿਆ ਦਾ ਹੈ। ਨਿਊ ਵੈਸਟਮਿੰਸਟਰ ਵੱਲੋਂ ਇੱਕ ਫੈਸਲਾ ਲਿਆ ਗਿਆ ਕਿ ਇੱਥੋਂ ਦੇ ਸਕੂਲਾਂ ਦੇ ਵਿੱਚ ਹੁਣ ਵਰਦੀਧਾਰੀ ਪੁਲਿਸ ਆਫੀਸਰ ਤਾਇਨਾਤ ਨਹੀਂ ਰਹਿਣਗੇ, ਜਾਣੀ ਕਿ ਉਹਨਾਂ ਵੱਲੋਂ ਚਾਈਲਡ ਐਂਡ ਯੂਥ ਲਾਇਜ਼ਨ ਆਫੀਸਰ ਪ੍ਰੋਗਰਾਮ ਖਤਮ ਕਰਨ ਦਾ ਫੈਸਲਾ ਲਿਆ ਗਿਆ। ਇਸ ਦੇ ਨਾਲ ਹੀ ਸਰੀ ਸਕੂਲ ਡਿਸਟ੍ਰਿਕਟ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਪੁਲਿਸ ਆਫੀਸਰ ਨੂੰ ਨਹੀਂ ਹਟਾਇਆ ਜਾਵੇਗਾ। ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਚਾਈਲਡ ਐਂਡ ਯੂਥ ਲਾਇਜ਼ਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਦੇ ਤਹਿਤ ਇੱਥੋਂ ਦੇ ਸਕੂਲਾਂ ਦੇ ਵਿੱਚ ਆਫੀਸਰਸ ਨੂੰ ਤਾਇਨਾਤ ਕੀਤਾ ਗਿਆ ਤਾਂ ਕਿ ਸਕੂਲਾਂ ਦੀ ਸੁਰੱਖਿਆ ਨੂੰ ਬਰਕਰਾਰ ਰੱਖਿਆ ਜਾ ਸਕੇ। ਪਰ ਵੈਂਕੂਵਰ ਅਤੇ ਵੈਸਟਮਿੰਸਟਰ ਦੇ ਵਿੱਚ ਹੁਣ ਸਕੂਲਾਂ ਅੰਦਰ ਇਹ ਆਫੀਸਰ ਤਾਇਨਾਤ ਨਹੀਂ ਰਹਿਣਗੇ।
ਨਿਊ ਵੈਸਟਮਿੰਸਟਰ ਦੇ ਵਿੱਚ ਇਹ ਪ੍ਰੋਗਰਾਮ ਖਤਮ ਕਰਨ ਦੇ ਲਈ ਵੋਟ ਪਾਈ ਗਈ ਅਤੇ ਇਸ ਤੋਂ ਬਾਅਦ ਇੱਥੇ ਸਕੂਲਾਂ ਦੇ ਵਿੱਚ ਵਰਦੀ ਵਾਲੇ ਪੁਲਿਸ ਆਫੀਸਰ ਮੌਜੂਦ ਨਹੀਂ ਹੋਣਗੇ। ਇਸ ਤੋਂ ਪਹਿਲਾਂ ਵੈਂਕੂਵਰ ਵੱਲੋਂ ਵੀ ਅਜਿਹਾ ਕਦਮ ਚੁੱਕਿਆ ਜਾ ਚੁੱਕਿਆ ਹੈ। ਉਧਰ ਸਰੀ ਸਕੂਲ ਡਿਸਟ੍ਰਿਕਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਹੈ ਕਿ ਇਸ ਫੈਸਲੇ ਦੇ ਬਾਰੇ ਵਿੱਚ ਬੋਰਡ ਆਫ ਟਰਸਟੀਜ਼ ਅਤੇ ਸਪੋਕਸਵੂਮਨ ਦੇ ਨਾਲ ਵਿਚਾਰ ਕੀਤੀ ਗਈ, ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਕੂਲ ਦੇ ਵਿੱਚੋਂ ਇਹ ਲਾਇਜ਼ਨ ਆਫੀਸਰ ਪ੍ਰੋਗਰਾਮ ਖਤਮ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਵੈਂਕੂਵਰ ਵੱਲੋਂ ਵੀ ਇਸ ਪ੍ਰੋਗਰਾਮ ਦੀ ਖਿਲਾਫਤ ਕੀਤੀ ਗਈ, ਜਿਸ ਤੋਂ ਬਾਅਦ ਵੈਂਕੂਵਰ ਪੁਲਿਸ ਡਿਪਾਰਟਮੈਂਟ ਨੇ ਪ੍ਰੈਸ ਰਿਲੀਜ਼ ਜਾਰੀ ਕੀਤੀ ਅਤੇ ਇਸ ਨੂੰ ਗਲਤ ਦੱਸਿਆ ਹੈ ਕਿ ਇੱਥੇ ਸਕੂਲਾਂ ਦੇ ਵਿੱਚ ਹੁਣ ਆਫੀਸਰ ਹਟਾਏ ਜਾਣਗੇ। ਉਨ੍ਹਾਂ ਕਿਹਾ ਕਿ ਅਜਿਹਾ ਕਦਮ ਚੁੱਕਣ ਦੇ ਨਾਲ ਸਕੂਲਾਂ ਦੇ ਵਿੱਚ ਸੁਰੱਖਿਆ ਘੱਟ ਹੋਵੇਗੀ। ਸਰੀ ਸਕੂਲ ਡਿਸਟ੍ਰਿਕਟ ਸਪੋਕਸਵੂਮਨ ਨੇ ਕਿਹਾ ਕਿ ਸਾਡੇ ਵਾਸਤੇ ਇਸ ਸਮੇਂ ਸਭ ਤੋਂ ਪਹਿਲਾਂ ਇੱਥੇ ਸਕੂਲਾਂ ਦੇ ਵਿੱਚ ਬੱਚਿਆਂ ਦੀ ਸੁਰੱਖਿਆ ਹੈ, ਸੇਫਟੀ ਹੈ। ਇਸੇ ਦੇ ਚੱਲਦਿਆਂ ਉਨ੍ਹਾਂ ਵੱਲੋਂ ਇਸ ਪ੍ਰੋਗਰਾਮ ਨੂੰ ਖਤਮ ਨਹੀਂ ਕੀਤਾ ਜਾਵੇਗਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਲਦ ਹੀ ਚੰਗੇ ਦਿਨ ਆਉਣਗੇ, ਇਸ ਦੀ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਡਿਟੇਲ ਸਾਂਝੀ ਕੀਤੀ ਗਈ ਹੈ ਕਿ ਕਿੰਨੇ ਜ਼ਿਆਦਾ ਜਿਹੜੇ ਕਰੋਨਾ ਵੈਕਸੀਨ ਜਾਣੀ ਕਿ ਟੀਕੇ ਆਉਣ ਵਾਲੇ ਹਫ਼ਤਿਆਂ ਦੌਰਾਨ ਬ੍ਰਿਟਿਸ਼ ਕੋਲੰਬੀਆ ਨੂੰ ਮਿਲਣਗੇ। ਨਾਲ ਹੀ ਕਿਹਾ ਗਿਆ ਹੈ ਕਿ ਹੌਲੀ-ਹੌਲੀ ਜ਼ਿੰਦਗੀ ਆਮ ਲੀਹਾਂ ਦੇ ਉੱਪਰ ਪਰਤੇਗੀ, ਕਿਉਂਕਿ ਜਿਹੜੀਆਂ ਪਾਬੰਦੀਆਂ ਇੱਥੇ ਕਰੋਨਾ ਵਾਇਰਸ ਦੇ ਚੱਲਦਿਆਂ ਲਗਾਈਆਂ ਗਈਆਂ ਉਸ ਦੇ ਨਾਲ ਦੇਖਿਆ ਗਿਆ ਕਿ ਮਾਮਲਿਆਂ ਦੀ ਦਰ ਜਿਹੜੀ ਹੈ ਉਹ ਘਟੀ ਹੈ, ਜਾਣੀ ਕਿ ਇੱਥੇ ਘੱਟ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕਰੋਨਾ ਵਾਇਰਸ ਨੂੰ ਫੈਲਿਆ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। ਵੈਕਸੀਨੇਸ਼ਨ ਵੱਖ-ਵੱਖ ਦੇਸ਼ਾਂ ਦੇ ਵਿੱਚ ਚੱਲ ਰਹੀ ਹੈ ਤੇ ਲੋਕ ਉਮੀਦ ਕਰ ਰਹੇ ਨੇ ਕਿ ਜਲਦ ਤੋਂ ਜਲਦ ਜ਼ਿੰਦਗੀ ਆਮ ਵਾਂਗ ਹੋ ਜਾਵੇ। ਇਸ ਦੇ ਨਾਲ ਸੰਬੰਧਿਤ ਬ੍ਰਿਟਿਸ਼ ਕੋਲੰਬੀਆ ਤੋਂ ਖਾਸ ਜਾਣਕਾਰੀ ਸਾਹਮਣੇ ਆਈ, ਜਿੱਥੇ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਜ਼ਿੰਦਗੀ ਆਮ ਵਾਂਗ ਹੋ ਸਕਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਮਈ ਮਹੀਨਾ ਕਰੋਨਾ ਵਾਇਰਸ ਦੇ ਮਾਮਲੇ ਘੱਟ ਹੋਣਗੇ। ਸਿਹਤ ਮੰਤਰੀ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਇਸ ਹਫ਼ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੈਕਸੀਨ ਸਪਲਾਈ ਘੱਟ ਹੈ। ਅਗਲੇ ਹਫ਼ਤੇ ਫਾਈਜ਼ਰ ਵੈਕਸੀਨ ਵੱਲੋਂ ਸ਼ਿਪਮੈਂਟ ਵਧਾਈ ਜਾਵੇਗੀ, ਇਹ ਉਮੀਦ ਕੀਤੀ ਜਾ ਰਹੀ ਹੈ। ਵੈਕਸੀਨੇਸ਼ਨ ਪ੍ਰੋਗਰਾਮ ਦੇ ਦੌਰਾਨ ਫਾਈਜ਼ਰ ਦੀ ਸਪਲਾਈ ਲਗਾਤਾਰ ਹੁੰਦੀ ਰਹੀ ਹੈ, ਇਹ ਵੀ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਮੋਡਰਨਾ ਵੈਕਸੀਨ ਵੱਲੋਂ ਕਈ ਵਾਰ ਆਪਣੇ ਟੀਕਿਆਂ ਦੀ ਸ਼ਿਪਮੈਂਟ ਦੇ ਵਿੱਚ ਡੀਲੇ ਕੀਤਾ ਗਿਆ। ਮਈ ਮਹੀਨੇ ਦੇ ਵਿੱਚ ਇਸ ਅੰਦਰ ਵੀ ਵਾਧਾ ਹੋ ਸਕਦਾ ਹੈ, ਅਜਿਹੀ ਉਮੀਦ ਕੀਤੀ ਜਾ ਰਹੀ ਹੈ। ਜਾਣਕਾਰੀ ਦਿੱਤੀ ਗਈ ਹੈ ਕਿ ਇਸ ਹਫ਼ਤੇ ਫਾਈਜ਼ਰ ਵੈਕਸੀਨ ਦੀਆਂ 1,38,000 ਡੋਜ਼ਸ ਮਿਲਣ ਦੀ ਉਮੀਦ ਹੈ ਅਤੇ ਅਗਲੇ ਹਫ਼ਤੇ ਮੋਡਰਨਾ ਵੈਕਸੀਨ ਦੀਆਂ 82,900 ਡੋਜ਼ਸ ਵੀ ਮਿਲਣਗੀਆਂ। ਮਈ ਦੇ ਪਹਿਲੇ ਮਹੀਨੇ ਬ੍ਰਿਟਿਸ਼ ਕੋਲੰਬੀਆ ਨੂੰ ਜੌਨਸਨ ਐਂਡ ਜੌਨਸਨ ਵੈਕਸੀਨ ਦੀ ਪਹਿਲੀ ਸ਼ਿਪਮੈਂਟ ਮਿਲਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਈ 25 ਤੱਕ ਇੰਡੋਰ ਡਾਈਨਿੰਗ ਅਤੇ ਯਾਤਰਾ ਪਾਬੰਦੀਆਂ ਲਗਾਈਆਂ ਗਈਆਂ, ਜਿਸ ਦੌਰਾਨ ਇਹ ਵੀ ਦੇਖਿਆ ਗਿਆ ਕਿ ਕਰੋਨਾ ਵਾਇਰਸ ਦੇ ਮਾਮਲੇ ਘਟੇ ਹਨ। ਇਹ ਵੀ ਦੱਸਿਆ ਗਿਆ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 1/3 ਤੋਂ ਵੱਧ ਅਡਲਟਸ ਅਜਿਹੇ ਹਨ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਸ਼ਾਟ ਲਗਵਾ ਲਈ ਗਈ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਜ਼ਿੰਦਗੀ ਆਮ ਵਾਂਗ ਹੋਵੇਗੀ ਅਤੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੇ ਚੰਗੇ ਰਾਹਤ ਭਰੇ ਦਿਨ ਆਉਣਗੇ। ਖਬਰ ਸਾਹਮਣੇ ਆ ਰਹੀ ਹੈ, ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਇਹ ਖਬਰ ਫੈਲ ਰਹੀ ਹੈ ਕਿ ਸਰੀ ਦੇ ਵਿੱਚ ਜਿਹੜਾ ਡਿਜ਼ਨੀ ਦਾ ਸਟੋਰ ਹੈ ਉਸ ਨੂੰ ਬੰਦ ਕੀਤਾ ਜਾਵੇਗਾ। ਪਰ ਜੇਕਰ ਇੱਥੇ ਕੰਮ ਕਰਨ ਵਾਲੇ ਵਰਕਰਸ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਕਿਹਾ ਕਿ ਸਾਨੂੰ ਇਸ ਦੇ ਨਾਲ ਸੰਬੰਧਿਤ ਅਜੇ ਕੋਈ ਵੀ ਜਾਣਕਾਰੀ ਨਹੀਂ ਮਿਲੀ। ਉਹਨਾਂ ਨੇ ਵੀ ਸੋਸ਼ਲ ਮੀਡੀਆ ਦੇ ਉੱਪਰ ਇਹ ਖਬਰ ਜ਼ਰੂਰ ਪੜ੍ਹੀ ਹੈ। ਨਾਲ ਦੀ ਨਾਲ ਉਹ ਇਹ ਵੀ ਕਹਿ ਰਹੇ ਨੇ ਕਿ ਅਜਿਹਾ ਕਦਮ ਨਾ ਚੁੱਕਿਆ ਜਾਵੇ ਕਿਉਂਕਿ ਇਸ ਦੇ ਨਾਲ ਉਹਨਾਂ ਦਾ ਰੁਜ਼ਗਾਰ ਪ੍ਰਭਾਵਿਤ ਹੋਵੇਗਾ। ਸਰੀ ਤੋਂ ਖਬਰ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਸਰੀ ਦੇ ਵਿੱਚ ਮੌਜੂਦ ਡਿਜ਼ਨੀ ਸਟੋਰ ਨੂੰ ਹੁਣ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸੀਏ ਕਿ ਇਹ ਖਬਰ ਇੱਕ ਰਿਪੋਰਟ ਤੋਂ ਸਾਹਮਣੇ ਆਈ, ਪਰ ਉਧਰ ਜੇਕਰ ਸਰੀ ਦੇ ਇਸ ਡਿਜ਼ਨੀ ਸਟੋਰ ਦੇ ਵਿੱਚ ਕੰਮ ਕਰਨ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਕਿਹਾ ਕਿ ਸਾਨੂੰ ਇਸ ਦੇ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਅਜੇ ਇਸ ਦੇ ਬਾਰੇ ਕਿਸੇ ਨੇ ਵੀ ਅਪਡੇਟ ਸਾਂਝੀ ਨਹੀਂ ਕੀਤੀ। ਉਹਨਾਂ ਨੇ ਵੀ ਸੋਸ਼ਲ ਮੀਡੀਆ ਦੇ ਉੱਪਰ ਅਜਿਹੀ ਘੁੰਮਦੀ ਹੋਈ ਖਬਰ ਦੇਖੀ ਹੈ। ਇੱਥੇ ਕੰਮ ਕਰਨ ਵਾਲੇ ਸਟਾਫ ਦਾ ਕਹਿਣਾ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਅਜਿਹਾ ਕੁਝ ਵੀ ਨਾ ਹੋਵੇ, ਜਾਣੀ ਕਿ ਇੱਥੇ ਸਟੋਰ ਨੂੰ ਬੰਦ ਨਾ ਕੀਤਾ ਜਾਵੇ, ਕਿਉਂਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਫਿਰ ਉਹਨਾਂ ਦਾ ਰੁਜ਼ਗਾਰ ਖੋ ਜਾਵੇਗਾ। ਦਰਅਸਲ retailinsider.com ਦੇ ਵਿੱਚ ਇੱਕ ਖਬਰ ਛਪੀ ਸੀ, ਜਿਸ ਦੇ ਵਿੱਚ ਦੱਸਿਆ ਗਿਆ ਕਿ US ਬੇਸਡ ਐਂਟਰਟੇਨਮੈਂਟ ਕੰਪਨੀ ਡਿਜ਼ਨੀ ਵੱਲੋਂ ਕੈਨੇਡਾ ਦੇ ਵਿੱਚ 18 ਲੋਕੇਸ਼ਨਸ ਤੇ ਮੌਜੂਦ ਆਪਣੇ ਸਟੋਰਾਂ ਨੂੰ ਬੰਦ ਕੀਤਾ ਜਾਵੇਗਾ। ਇਸ ਦੇ ਵਿੱਚ ਕਈ ਸੋਰਸਿਸ ਦਾ ਹਵਾਲਾ ਦਿੱਤਾ ਗਿਆ ਸੀ। ਇਸ ਸਮੇਂ ਕਰੋਨਾ ਵਾਇਰਸ ਨੇ ਸਾਰੀਆਂ ਚੀਜ਼ਾਂ ਦੇ ਉੱਪਰ ਆਪਣਾ ਅਸਰ ਪਾਇਆ। ਇਸੇ ਦੇ ਚੱਲਦਿਆਂ ਹੀ ਡਿਜ਼ਨੀ ਵੱਲੋਂ ਅਜਿਹਾ ਕਦਮ ਚੁੱਕਿਆ ਜਾ ਸਕਦਾ ਹੈ, ਇਹ ਵੀ ਇਸ ਖਬਰ ਦੇ ਵਿੱਚ ਲਿਖਿਆ ਗਿਆ ਸੀ।
ਉਧਰ ਸਰੀ ਦੇ ਇਸ ਸਟੋਰ ਦੇ ਵਿੱਚ ਕੰਮ ਕਰਨ ਵਾਲਿਆਂ ਦਾ ਤਾਂ ਇਹੀ ਕਹਿਣਾ ਹੈ ਕਿ ਉਹਨਾਂ ਨੂੰ ਇਸ ਦੇ ਬਾਰੇ ਵਿੱਚ ਕੋਈ ਵੀ ਅਪਡੇਟ ਅਜੇ ਨਹੀਂ ਆਈ। ਉਹਨਾਂ ਨੇ ਵੀ ਸੋਸ਼ਲ ਮੀਡੀਆ ਦੇ ਉੱਪਰ ਇਹ ਅਪਡੇਟ ਦੇਖੀ ਸੀ। ਓਨਟਾਰੀਓ ਦੇ ਹਸਪਤਾਲਾਂ 'ਚੋਂ ਜਿਹੜੇ ਮਰੀਜ਼ ਨੇ ਉਹਨਾਂ ਨੂੰ ਸ਼ਿਫਟ ਕੀਤਾ ਜਾ ਰਿਹਾ, ਜਾਣੀ ਕਿ ਟ੍ਰਾਂਸਫਰ ਕੀਤਾ ਜਾ ਰਿਹਾ। ਇਸ ਦੀ ਜਾਣਕਾਰੀ ਮਿਨਿਸਟਰੀ ਵੱਲੋਂ ਸਾਂਝੀ ਕੀਤੀ ਗਈ। ਨਾਲ ਹੀ ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਨੂੰ ਦਿਆਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਨੇ, ਜਾਣੀ ਕਿ ਦੱਸਾਂਗੇ ਕੈਨੇਡਾ ਦੀ ਕਰੋਨਾ ਵਾਇਰਸ ਅਪਡੇਟ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 3480 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਮਿਨਿਸਟਰੀ ਆਫ ਹੈਲਥ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਵੱਲੋਂ ਹਸਪਤਾਲਾਂ ਦੇ ਵਿੱਚੋਂ ਕੁਝ ਮਰੀਜ਼ਾਂ ਨੂੰ ਲੌਂਗ ਟਰਮ ਕੇਅਰ ਅਤੇ ਰਿਟਾਇਰਮੈਂਟ ਹੋਮਸ ਦੇ ਵਿੱਚ ਟ੍ਰਾਂਸਫਰ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਇਸ ਸਮੇਂ 877 ਦੇ ਕਰੀਬ ਮਰੀਜ਼ ਉਹ ਹਨ ਜਿਨ੍ਹਾਂ ਨੂੰ ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਰੱਖਿਆ ਗਿਆ। ਟੋਰਾਂਟੋ ਤੋਂ 961, ਪੀਲ ਰੀਜਨ ਤੋਂ 599, ਯਾਰਕ ਰੀਜਨ ਤੋਂ 290, ਦੁਹਰਮ ਰੀਜਨ ਤੋਂ 221, ਓਟਵਾ ਤੋਂ 180 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਮਿਨਿਸਟਰੀ ਆਫ ਹੈਲਥ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਉਸ ਦੇ ਮੁਤਾਬਕ 24 ਘੰਟੇ ਦੌਰਾਨ ਜੋ ਮੌਤਾਂ ਹੋਈਆਂ ਉਸ ਦੇ ਨਾਲ ਹੁਣ ਤੱਕ ਦਾ ਅੰਕੜਾ 7988 ਦੇ ਉੱਪਰ ਪਹੁੰਚ ਗਿਆ। ਕਿਬੈਕ ਤੋਂ 1094 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ 12 ਲੋਕਾਂ ਦੀ ਜਾਨ ਚਲੀ ਗਈ। ਹੁਣ ਤੱਕ ਇੱਥੇ 3,47,690 ਦੇ ਕਰੀਬ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਨੇ ਅਤੇ ਨਾਲ ਹੀ 10,908 ਦੇ ਕਰੀਬ ਲੋਕਾਂ ਦੀ ਹੁਣ ਤੱਕ ਜਾਨ ਜਾ ਚੁੱਕੀ ਹੈ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 643 ਹੈ, ਜਿਨ੍ਹਾਂ ਵਿੱਚੋਂ 161 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਤੋਂ 199 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ ਇਸ ਦੇ ਨਾਲ ਹੀ 2 ਲੋਕਾਂ ਦੀ ਇਸ ਵਾਇਰਸ ਦੇ ਕਰਕੇ ਜਾਨ ਚਲੀ ਗਈ। ਕੈਨੇਡਾ ਦੇ ਵਿੱਚ ਹੁਣ ਤੱਕ 1.2 ਮਿਲੀਅਨ ਦੇ ਕਰੀਬ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਇਸ ਦੇ ਨਾਲ ਹੀ 24,160 ਦੇ ਕਰੀਬ ਹੁਣ ਤੱਕ ਮੌਤਾਂ ਇਸ ਵਾਇਰਸ ਦੇ ਕਰਕੇ ਹੋ ਚੁੱਕੀਆਂ ਨੇ। ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚ 1.9 ਮਿਲੀਅਨ ਦੇ ਕਰੀਬ ਅਜਿਹੇ ਲੋਕ ਹਨ ਜਿਨ੍ਹਾਂ ਵੱਲੋਂ ਕਰੋਨਾ ਵਾਇਰਸ ਨੂੰ ਮਾਤ ਦਿੱਤੀ ਗਈ, ਜਾਣੀ ਕਿ ਕੈਨੇਡਾ ਦੇ ਵਿੱਚ ਰਿਕਵਰਡ ਕੇਸ ਹਨ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਦੇ ਉੱਪਰ। ਓਨਟਾਰੀਓ ਦੇ ਵਿੱਚ 2 ਪੰਜਾਬੀ ਗ੍ਰਿਫਤਾਰ, ਨਸ਼ੇ ਦੇ ਮਾਮਲੇ ਦੇ ਵਿੱਚ ਹੋਈ ਗ੍ਰਿਫਤਾਰੀ। ਓਨਟਾਰੀਓ ਨੇ ਐਲਾਨਿਆ ਪੇਡ ਸਿਕ ਲੀਵ ਪ੍ਰੋਗਰਾਮ, ਜਾਣੋ ਕੌਣ ਹੋਣਗੇ ਇਸ ਪ੍ਰੋਗਰਾਮ ਦੇ ਯੋਗ। 50% ਘੱਟ ਹੋਇਆ ਘਰੇਲੂ ਟ੍ਰਾਂਸਮਿਸ਼ਨ ਦਾ ਖਤਰਾ, ਟੀਕੇ ਦੀ ਇੱਕ ਡੋਜ਼ ਦੇ ਨਾਲ ਘੱਟ ਹੋ ਰਿਹਾ ਖਤਰਾ। ਕੈਨੇਡਾ ਆਈ ਯਾਤਰੀ ਨਿਕਲੇ ਕਰੋਨਾ ਦੇ ਨਵੇਂ ਰੂਪ ਦੇ ਨਾਲ ਗ੍ਰਸਤ, ਸਿਹਤ ਏਜੰਸੀ ਨੇ ਸਾਂਝੇ ਕੀਤੇ ਇਸ ਬਾਰੇ ਅੰਕੜੇ। ਕੈਨੇਡਾ ਜਾਣ ਵਾਲਿਆਂ ਦੇ ਲਈ ਜਾਣਕਾਰੀ, ਵੈਕਸੀਨ ਬਾਅਦ ਵੀ ਕਰਨਾ ਪਵੇਗਾ ਕੁਆਰੰਟੀਨ। ਫਰਵਰੀ ਮਹੀਨੇ ਰੀਟੇਲ ਸੇਲ ਦੇ ਵਿੱਚ ਵਾਧਾ, 4.3% ਵਾਧਾ ਕੀਤਾ ਗਿਆ ਦਰਜ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।